ਵੈਲਕਮ ਟੂ ਸੀਬੀਸੀ ਸਿੱਖਿਆ ਆਨਲਾਈਨ ਪਲੇਟਫਾਰਮ। ਮੈਂ ਤੁਹਾਡਾ ਆਪਣਾ ਰਵੀ ਸਰ। ਅੱਜ ਅਸੀਂ ਗੱਲ ਕਰਾਂਗੇ 14 ਜਨਵਰੀ ਦੇ ਕਰੰਟ ਅਫੇਅਰਸ ਦੇ ਬਾਰੇ। ਠੀਕ ਹੈ ਜੀ, ਤੇ ਆਓ ਜੀ ਆਪਣੀ ਵੀਡੀਓ ਨੂੰ ਆਪਾਂ ਸਟਾਰਟ ਕਰੀਏ। ਤੇ ਜਿਹੜੇ ਸਟੂਡੈਂਟਸ ਹਿੰਦੀ ਦੇ ਵਿੱਚ ਇਸ ਵੀਡੀਓ ਨੂੰ ਵੇਖਣਾ ਚਾਹੁੰਦੇ ਆ ਤਾਂ ਹਿੰਦੀ ਦੇ ਵਿੱਚ ਵੀ ਅਪਲੋਡਡ ਹੈ ਇਹ ਵੀਡੀਓ, ਤਾਂ ਉਹਦੇ ਵਿੱਚ ਤੁਸੀਂ ਉੱਥੇ ਵੀ ਜਾ ਕੇ ਵੇਖ ਸਕਦੇ ਹੋ। ਤੇ ਆਓ ਜੀ ਆਪਣੀ ਵੀਡੀਓ ਨੂੰ ਸਟਾਰਟ ਕਰੀਏ। ਸਭ ਤੋਂ ਪਹਿਲਾ ਕੁਐਸਚਨ ਕਿ ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਨਿਊ ਚੇਅਰਮੈਨ ਆਫ ਇਸਰੋ ਅਕੋਰਡਿੰਗ ਟੂ ਦਾ ਕੇ ਸਿਵਾਨ। ਸਕਸੀਡ ਕਰਦੇ ਨੇ, ਤੁਹਾਨੂੰ ਪਤਾ ਹੋਵੇਗਾ ਜੀ ਕੇ ਸਿਵਾਨ ਦਾ ਜਿਹੜਾ ਕਾਰਿਆਕਾਲ ਸੀਗਾ ਉਹ ਪੂਰਾ ਹੋ ਚੁੱਕਿਆ ਹੈ। ਸੋ ਉਹਨਾਂ ਦੀ ਥਾਂ 'ਤੇ ਇਸਰੋ ਨੂੰ ਇੱਕ ਨਵਾਂ ਚੇਅਰਮੈਨ ਮਿਲ ਗਿਆ। ਉਹਨਾਂ ਨਵੇਂ ਚੇਅਰਮੈਨ ਦਾ ਨਾਮ ਦੱਸਣਾ ਹੈ। ਉਹ ਹੈਗੇ ਨੇ ਐਸ ਸੋਮਨਾਥਨ। ਐਸ ਸੋਮਨਾਥਨ ਜਿਹੜੇ ਹੈਗੇ ਨੇ ਇਹ ਕਿੱਥੋਂ ਦੇ ਪਹਿਲੇ ਇਹ ਡਿਪਟੀ ਡਾਇਰੈਕਟਰ ਸੀਗੇ। ਇਹ ਸੀਗੇ ਜੀ ਜਿਹੜੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਥੁੰਬਾ ਤ੍ਰਿਵੇਂਦਰਮਪੁਰਮ ਕੇਰਲਾ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਜਿਹੜਾ ਸਾਡਾ ਇਸਰੋ ਹੈ ਇਹਦਾ ਹੈੱਡਕੁਆਟਰ ਹੈਗਾ ਬੈਂਗਲੁਰੂ ਦੇ ਵਿੱਚ। ਠੀਕ ਹੈ ਜੀ, ਜਿਹੜੇ ਵਿਕਰਮ ਸਾਰਾਭਾਈ ਸੀਗੇ ਇਹਨਾਂ ਨੂੰ ਫਾਦਰ ਆਫ ਇਸਰੋ ਵੀ ਕਿਹਾ ਜਾਂਦਾ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਠੀਕ ਹੈ ਜੀ, ਤੇ ਇਹ ਜਿਹੜਾ ਇਹਨਾਂ ਨੇ ਪ੍ਰੋਗਰਾਮ ਸਟਾਰਟ ਕੀਤਾ ਸੀ ਇਹ 1962 ਦੇ ਵਿੱਚ ਆਪਾਂ ਸਟਾਰਟ ਕੀਤਾ ਸੀਗਾ। ਠੀਕ ਹੈ ਜੀ, ਤੇ ਇੰਡੀਆ ਨੇ ਪਹਿਲਾ ਜਿਹੜਾ ਸੈਟੇਲਾਈਟ ਲਾਂਚ ਕੀਤਾ ਸੀ, ਇੰਡੀਆ ਦਾ ਪਹਿਲਾ ਸੈਟੇਲਾਈਟ ਸਟਾਰਟ ਕੀਤਾ ਸੀਗਾ ਇਹ 1975 ਦੇ ਵਿੱਚ ਕੀਤਾ ਸੀਗਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤੇ ਸੋ ਇਹ ਤੁਸੀਂ ਸਾਰੇ ਕੁਐਸਚਨ ਯਾਦ ਰੱਖਿਆ ਜੀ। ਇਸਰੋ ਦੇ ਦੁਆਰਾ ਇੱਕ ਆਪਣਾ ਗਗਨਯਾਨ ਮਿਸ਼ਨ ਵੀ ਲਾਂਚ ਕੀਤਾ ਜਾ ਰਿਹਾ ਜਿਹਦੇ ਵਿੱਚ 3 ਮੈਂਬਰ ਆਪਣੇ ਇੰਡੀਆ ਦੇ ਜਾਣਗੇ, ਕਰੂ ਮੈਂਬਰ ਸਿਰਫ ਗਗਨਯਾਨ ਮਿਸ਼ਨ, ਜੋ ਕਿ 2023 ਦੇ ਵਿੱਚ ਇੰਡੀਆ ਦੇ 75 ਸਾਲ ਪੂਰੇ ਹੋਣ 'ਤੇ, ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਉੱਪਰ ਇਹ ਪ੍ਰੋਗਰਾਮ ਨੂੰ ਪੂਰੇ 10,000 ਕਰੋੜ ਰੁਪਏ ਲਾ ਕੇ ਸਟਾਰਟ ਕੀਤਾ ਜਾ ਰਿਹਾ। ਇਹ ਵੀ ਤੁਸੀਂ ਯਾਦ ਰੱਖੋਗੇ। ਇੰਡੀਆ ਨੇ ਆਪਣਾ ਇੱਕ ਸਪੇਸ ਸਟੇਸ਼ਨ ਵੀ ਬਣਾਉਣਾ ਹੈ, ਸਪੇਸ ਸਟੇਸ਼ਨ ਬਣਾਉਣਾ ਹੈ 2030 ਤੱਕ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਇੰਡੀਆ ਕਾਰਬਨ ਫਰੀ ਜਿਹੜਾ ਹੋ ਜਾਊਗਾ ਇਹ ਹੋਊਗਾ 2070 ਤੱਕ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖੋਗੇ। ਆਈ ਹੋਪ ਕਿ ਤੁਹਾਨੂੰ ਇਹ ਸਾਰੇ ਮੈਂ ਕੁਐਸਚਨ ਦੱਸ ਚੁੱਕੇ। ਇੱਕ ਕੁਐਸਚਨ ਹੋਰ ਹੈ ਜੀ ਜਿਹੜਾ ਪੇਪਰ 'ਚ ਆ ਸਕਦਾ ਤੁਹਾਨੂੰ, ਨਿਊਕਲੀਅਰ ਪ੍ਰੋਗਰਾਮ ਦੇ ਫਾਦਰ ਕਿਹਨੂੰ ਕਿਹਾ ਜਾਂਦਾ ਹੈ? ਤਾਂ ਹੋਮੀ ਜਹਾਂਗੀਰ ਭਾਭਾ ਜਿਹੜੇ ਨੇ ਉਹਨਾਂ ਨੂੰ ਨਿਊਕਲੀਅਰ ਪ੍ਰੋਗਰਾਮ ਦੇ ਫਾਦਰ ਕਿਹਾ ਜਾਂਦਾ ਹੈ ਇੰਡੀਆ ਦੇ ਵਿੱਚ। ਠੀਕ ਹੈ ਜੀ, ਤੇ ਇਹ ਤੁਸੀਂ ਯਾਦ ਰੱਖੋਗੇ। ਨੈਕਸਟ ਕੁਐਸਚਨ ਦੇ ਉੱਪਰ ਆਉਣੇ ਆ ਕਿ ਰੀਸੈਂਟਲੀ ਵਿਚ ਸਟੇਟ ਗੌਰਮੈਂਟ ਅਨਾਊਂਸ ਟੂ ਇਨਕਰੀਜ਼ ਦਾ ਰਿਟਾਇਰਮੈਂਟ ਆਫ ਦਾ ਏਜ ਸਟੇਟ ਗੌਰਮੈਂਟ ਇੰਪਲੋਈਜ਼। ਤਾਂ ਇਹ ਕਿਹੜੀ ਗੌਰਮੈਂਟ ਹੈ ਜਿਨ੍ਹਾਂ ਨੇ ਰਿਟਾਇਰਮੈਂਟ ਏਜ ਨੂੰ ਵਧਾ ਦਿੱਤਾ ਗਿਆ? ਇਹ 2 ਵਾਰੀ ਕਰ ਚੁੱਕੇ ਹੈ। ਇਸ ਤੋਂ ਪਹਿਲਾਂ ਇਹ ਜਿਹੜੀ ਸਟੇਟ ਹੈ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਂਧਰਾ ਪ੍ਰਦੇਸ਼ ਦੀ ਜਗਨ ਮੋਹਨ ਰੈਡੀ ਇੱਥੇ ਦੇ ਸੀਐਮ ਨੇ। ਇਹਨਾਂ ਦੇ ਦੁਆਰਾ ਇਹ ਜਿਹੜੀ ਏਜ ਰਿਟਾਇਰਮੈਂਟ ਏਜ ਹੈ ਇਹ 62 ਤੋਂ 62 ਕਰ ਦਿੱਤੀ ਗਈ ਹੈ। ਅਤੇ ਪੰਜਾਬ ਦੇ ਵਿੱਚ ਇਸ ਨੂੰ ਕੀ ਕੀਤਾ ਗਿਆ ਸੀ? ਪੰਜਾਬ ਦੇ ਵਿੱਚ ਜਿਹੜੇ 58 ਦੇ ਵਾਲੇ ਜਿਹੜੇ ਹੁਣ ਚੰਨੀ ਸਰਕਾਰ ਦੇ ਦੁਆਰਾ ਰਿਟਾਇਰਮੈਂਟ ਕੀਤੀ ਗਈ ਸੀ, ਇਹ ਤੁਸੀਂ ਯਾਦ ਰੱਖਣਾ ਇਸ ਦੇ ਉਲਟ। ਪਰ ਇਸ ਤੋਂ ਪਹਿਲਾਂ ਇਹ 58 ਤੋਂ 60 ਕੀਤਾ ਸੀਗਾ ਚੰਦਰ ਸ਼ੇਖਰ ਜਿਹੜੇ ਚੰਦਰ ਬਾਬੂ ਨਾਇਡੂ ਜਿਹੜੇ ਇਹਨਾਂ ਦੀ ਪਹਿਲੇ ਸੀਐਮ ਸੀ ਉਹਨਾਂ ਦੇ ਵੱਲੋਂ ਕੀਤਾ ਗਿਆ ਸੀਗਾ। ਆਂਧਰਾ ਪ੍ਰਦੇਸ਼ ਦੇ 2-3 ਕੁਐਸਚਨ ਪੇਪਰ 'ਚ ਆਉਂਦੇ, ਜਿਵੇਂ ਕਿ ਇਹਨਾਂ ਦੀ ਪੁਲੀਕਟ ਲੇਕ ਬੜੀ ਪੇਪਰਾਂ 'ਚ ਆਉਂਦੀ ਹੈ। ਪੁਲੀਕਟ ਲੇਕ ਹੈਗੀ ਇੱਥੇ। ਕੁਕੰਬਮ ਜਿਹੜੀ ਲੇਕ ਹੈ ਉਹ ਵੀ ਇੱਥੇ ਹੈਗੀ ਹੈ। ਕੋਲੇਰੂ ਝੀਲ ਉਹ ਵੀ ਇੱਥੇ ਹੈਗੀ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਵੈਂਕਟੇਸ਼ਵਰਾ ਨੈਸ਼ਨਲ ਪਾਰਕ ਇੱਥੇ ਹੈਗਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਤੇ ਇੱਥੇ ਰਾਜੀਵ ਗਾਂਧੀ ਨੈਸ਼ਨਲ ਪਾਰਕ ਵੀ ਹੈਗਾ। ਰਾਜੀਵ ਗਾਂਧੀ ਨੈਸ਼ਨਲ ਪਾਰਕ ਇੱਥੇ ਬਣਿਆ ਹੋਇਆ, ਇਹ ਵੀ ਤੁਸੀਂ ਯਾਦ ਰੱਖੋਗੇ। ਪਾਪੀਕੋਂਡਾ ਨੈਸ਼ਨਲ ਪਾਰਕ ਇਹ ਵੀ ਇੱਥੇ ਬਣਿਆ ਹੋਇਆ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਸ੍ਰੀ ਸੇਲਮ ਇੱਥੇ ਦਾ ਸਭ ਤੋਂ ਵੱਡਾ, ਇੰਡੀਆ ਦਾ ਸਭ ਤੋਂ ਵੱਡਾ ਸ੍ਰੀ ਸੇਲਮ ਟਾਈਗਰ ਰਿਜ਼ਰਵ ਕਿੱਥੇ ਹੈ? ਇਹ ਵੀ ਆਂਧਰਾ ਪ੍ਰਦੇਸ਼ ਦੇ ਵਿੱਚ ਹੈ, ਇਹ ਤੁਸੀਂ ਯਾਦ ਰੱਖੋਗੇ। ਇੱਕ ਕੁਐਸਚਨ ਪੇਪਰ ਦੇ ਵਿੱਚ ਹੋਰ ਆ ਸਕਦਾ ਤੁਹਾਨੂੰ ਕਿ ਨਾਗਾਰਜੁਨ ਸਾਗਰ ਡੈਮ ਅਤੇ ਸ੍ਰੀ ਸੇਲਮ ਜਿਹੜਾ ਡੈਮ ਹੈ ਇਹ ਦੋਨੇ ਹੈਗੇ ਨੇ ਕ੍ਰਿਸ਼ਨਾ ਰਿਵਰ ਦੇ ਉੱਪਰ। ਠੀਕ ਹੈ, ਕ੍ਰਿਸ਼ਨਾ ਰਿਵਰ। ਅਤੇ ਗੋਦਾਵਰੀ ਰਿਵਰ ਦੇ ਉੱਪਰ ਇੱਕ ਡੈਮ ਹੈ, ਬਹੁਤ ਪੇਪਰਾਂ 'ਚ ਆਉਂਦਾ, PSPCL 'ਚ ਤਾਂ ਬੜੀ ਵਾਰੀ ਕੁਐਸਚਨ ਆ ਗਿਆ। ਪੋਲਾਵਰਮ ਡੈਮ ਹੈਗਾ ਗੋਦਾਵਰੀ ਨਦੀ ਜਿਹਨੂੰ ਕਿ ਦੱਖਣ ਭਾਰਤ ਦੀ ਜਿਹੜੀ ਸਭ ਤੋਂ ਵੱਡੀ ਨਦੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਕੁਐਸਚਨ ਗੱਲ ਕਰਦੇ ਹਾਂ ਕਿ ਵਿਚ ਬਾਲੀਵੁੱਡ ਐਕਟਰਸ ਹੈ ਨੇਮ ਐਜ਼ ਦਾ ਬ੍ਰਾਂਡ ਐਂਬੈਸਡਰ ਆਫ ਦਾ ਰਿਨਿਊ ਬਾਏ ਇੱਕ ਕੀ ਹੈ? ਇੱਕ ਇੰਸ਼ੋਰੈਂਸ ਕੰਪਨੀ ਹੈ ਆਨਲਾਈਨ। ਠੀਕ ਹੈ ਜੀ, ਆਨਲਾਈਨ ਅਵੇਅਰਨੈਸ ਨੂੰ ਫੈਲਾਉਣ ਵਾਸਤੇ ਇੱਕ ਰਿਨਿਊ ਬਾਏ ਦੀ ਬ੍ਰਾਂਡ ਐਂਬੈਸਡਰ ਨਿਯੁਕਤ ਕੀਤਾ ਗਿਆ। ਕਿਸ ਅਭਿਨੇਤਰੀ ਕਿਹੜੇ ਅਭਿਨੇਤਾ ਨੂੰ ਨਿਯੁਕਤ ਕੀਤਾ ਗਿਆ? ਤਾਂ ਇਹ ਰਾਜਕੁਮਾਰ ਰਾਓ ਜਿਹੜੇ ਪਰਸਨ ਨੇ ਇਹਨਾਂ ਨੂੰ ਬ੍ਰਾਂਡ ਐਂਬੈਸਡਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਬ੍ਰਾਂਡ ਐਂਬੈਸਡਰ ਯਾਦ ਰੱਖੋ ਟ੍ਰਾਈਫੈਡ ਸਾਡੀ ਟਰਾਈਬਲ ਮਿਨਿਸਟਰੀ ਹੈ ਜਿਹੜੀ, ਉਹਨਾਂ ਦੇ ਵੱਲੋਂ ਟ੍ਰਾਈਫੈਡ ਪ੍ਰੋਗਰਾਮ ਸਟਾਰਟ ਹੁੰਦਾ ਹੈ ਆਦੀਵਾਸੀਆਂ ਵਾਸਤੇ। ਉਹਨਾਂ ਦੀ ਮੈਰੀ ਕੌਮ ਨੂੰ ਬਣਾਇਆ ਗਿਆ ਸੀ ਬ੍ਰਾਂਡ ਐਂਬੈਸਡਰ। ਅਤੇ ਇਸੇ ਤਰ੍ਹਾਂ ਹੀ ਸ਼ਿਫਾਲੀ ਵਰਮਾ ਅਸੀਂ ਪੜ੍ਹ ਕੇ ਆਏ ਹਾਂ, ਉਹਨਾਂ ਨੂੰ ਬੈਂਕ ਆਫ ਬੜੌਦਾ ਦੀ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਸੀਗਾ। ਇਸੇ ਤਰ੍ਹਾਂ ਤੁਸੀਂ ਯਾਦ ਰੱਖ ਲਓ ਕਿ ਜਿਹੜਾ ਉੱਤਰਾਖੰਡ ਹੈ ਉਹ ਸਟੇਟ ਵਾਸਤੇ ਰਿਸ਼ਭ ਪੰਤ ਨੂੰ ਬਣਾਇਆ ਗਿਆ ਸੀਗਾ।
ਠੀਕ ਹੈ। ਰਿਸ਼ਵ ਪੰਤ ਨੂੰ ਬਣਾਇਆ ਗਿਆ ਸੀਗਾ ਬ੍ਰਾਂਡ ਐਂਬੈਸਡਰ। ਅਤੇ ਸੋਨੂ ਸੂਦ ਜਿਹੜੇ ਨੇ ਉਹਨਾਂ ਨੂੰ ਕੀ ਕੀਤਾ ਗਿਆ ਸੀਗਾ, ਉਹਨਾਂ ਨੂੰ ਦਿੱਲੀ ਅਤੇ ਪੰਜਾਬ ਵਾਸਤੇ ਬਣਾਇਆ ਗਿਆ ਸੀਗਾ। ਪਰ ਹੁਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਸਟੇਟ ਆਈਕਨ ਦੇ ਨਾਮ ਤੋਂ ਇਹ ਪੋਸਟ 'ਤੇ ਸੋਨੂ ਸੂਦ ਨੂੰ ਸਿਲੈਕਟ ਕੀਤਾ ਹੋਇਆ ਸੀਗਾ। ਤਾਂ ਸਟੇਟ ਗੌਰਮੈਂਟ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪੰਜਾਬ ਸਟੇਟ ਆਈਕਨ ਜਿਹੜਾ ਸੋਨੂ ਸੂਦ ਨੂੰ ਉੱਥੋਂ ਰਿਮੂਵ ਕਰ ਦਿੱਤਾ ਗਿਆ ਇਹਨਾਂ ਦੀ ਪੋਸਟ ਤੋਂ, ਠੀਕ ਹੈ ਜੀ। ਰੀਜ਼ਨ ਸੀਗਾ ਇਹਨਾਂ ਦੀ ਜਿਹੜੀ ਸਿਸਟਰ ਨੇ ਮਲਵਾਇਕਾ, ਉਹ ਕੀ ਕਰ ਰਹੇ ਨੇ, ਮੋਗਾ ਤੋਂ ਇਲੈਕਸ਼ਨ ਲੜ ਰਹੇ ਨੇ, ਠੀਕ ਹੈ ਜੀ, ਕਾਂਗਰਸ ਪਾਰਟੀ ਤੋਂ। ਅਤੇ ਆਈ ਹੋਪ ਕਿ ਤੁਹਾਨੂੰ ਇਹ ਸਾਰੇ ਸਮਝ ਆ ਗਏ ਹੋਣੇ। ਅਤੇ ਮਹਾਰਾਸ਼ਟਰ ਤੋਂ ਸਲਮਾਨ ਖਾਨ ਜੀ ਨੂੰ ਨਿਯੁਕਤ ਕੀਤਾ ਗਿਆ, ਅਤੇ ਆਪਣੀ ਅਰੁਣਾਚਲ ਪ੍ਰਦੇਸ਼ ਤੋਂ ਸੰਜੇ ਦੱਤ, ਠੀਕ ਹੈ। ਇਹ ਸਾਰੇ ਕੁਐਸਚਨ ਤੁਸੀਂ ਯਾਦ ਰੱਖ ਲਓ ਬ੍ਰਾਂਡ ਐਂਬੈਸਡਰ ਤੋਂ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੁੰਦਾ ਕਿ ਵਾਟ ਇਜ਼ ਦਾ ਨੇਮ ਆਫ ਦਾ ਇੰਡੀਅਨ ਓਲਡੈਸਟ ਫੀਮੇਲ ਸਲੋਥ ਬੀਅਰ ਪਾਸ ਰੀਸੈਂਟਲੀ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਭਾਲੂ ਸੀਗੇ, ਉਹ ਮਾਦਾ ਭਾਲੂ ਜਿਹੜੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹਨਾਂ ਦੀ ਡੈਥ ਹੋ ਚੁੱਕੀ ਹੈ 40 ਸਾਲ ਦੀ ਏਜ ਦੇ ਵਿੱਚ। ਇੱਕ ਮਦਾਰੀ ਤੋਂ 2003 ਦੇ ਵਿੱਚ ਇਸ ਨੂੰ ਲਿਆ ਗਿਆ ਸੀਗਾ, ਉਦੋਂ ਉਹਦੀ ਏਜ 25 ਸਾਲ ਸੀ। ਫਿਲਹਾਲ ਇਹ ਇਸ ਜੂ ਦੇ ਵਿੱਚ ਵਨ ਵਿਹਾਰ ਪਸ਼ੂ ਜਿਹੜਾ ਜੂ ਹੈ ਇਹਨਾਂ ਦਾ, ਇਹ ਭੋਪਾਲ ਦੇ ਵਿੱਚ, ਉੱਥੇ ਇਹਦੀ ਡੈਥ ਹੋਈ ਹੈ। ਇਹ ਤੁਸੀਂ ਯਾਦ ਰੱਖਣਾ। ਮੱਧ ਪ੍ਰਦੇਸ਼ ਦੇ ਤੁਸੀਂ ਇਹ ਯਾਦ ਰੱਖ ਲਓ ਕਿ ਇਹਨਾਂ ਦੇ ਜਿਹੜੇ ਗਵਰਨਰ ਨੇ ਉਹ ਹੈਗੇ ਨੇ ਮੰਗੂ ਭਾਈ ਪਟੇਲ, ਅਤੇ ਉਹਨਾਂ ਦੇ ਜਿਹੜੇ CM ਨੇ ਉਹ ਕੌਣ ਨੇ, ਸ਼ਿਵਰਾਜ ਚੌਹਾਨ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਇੱਥੇ ਇੱਕ ਕੁਐਸਚਨ ਹੋਰ ਹੈ ਵੀ ਇਹਦੇ ਤੇ 2-3 ਫੈਸਟੀਵਲ ਪੇਪਰ ਦੇ ਵਿੱਚ ਨਿਊਜ਼ ਦੇ ਵਿੱਚ ਚੱਲ ਰਹੇ ਸੀ, ਹੁਣ ਉਹ ਤੁਸੀਂ ਯਾਦ ਇੱਥੇ ਲਿਖ ਲਓ। ਚਿੱਲੀ ਫੈਸਟੀਵਲ ਜਿਹੜਾ ਹੈ ਉਹ ਕਿੱਥੇ ਮਨਾਇਆ ਜਾਂਦਾ ਹੈ, ਮੱਧ ਪ੍ਰਦੇਸ਼ ਦੇ ਵਿੱਚ। ਇੱਕ ਹੈਗਾ ਮਾਂਡੂ ਫੈਸਟੀਵਲ ਕਿੱਥੇ ਮਨਾਇਆ ਜਾਂਦਾ ਹੈ, ਇਹ ਵੀ ਮੱਧ ਪ੍ਰਦੇਸ਼ ਦੇ ਵਿੱਚ ਹੈ। ਇੱਕ ਤਾਨਸੇਨ ਇਹਨਾਂ ਦਾ ਇੱਕ ਅਵਾਰਡ ਵੀ ਦਿੱਤਾ ਜਾਂਦਾ ਅਤੇ ਤਾਨਸੇਨ ਮੇਲਾ ਵੀ ਲੱਗਦਾ ਇੱਥੇ, ਠੀਕ ਹੈ ਜੀ। ਅਤੇ ਇੱਕ ਖੁਜਰਾਹੋ ਦੇ ਇੱਥੇ ਉਹ ਵੀ ਮੰਦਿਰ ਵੀ ਹੈਗੇ ਨੇ, ਅਤੇ ਇੱਥੇ ਕੀ ਹੈ, ਇਹਨਾਂ ਦਾ ਮੇਲਾ ਵੀ ਲੱਗਦਾ ਹੈ। ਅਤੇ ਇੱਕ ਨਮਸਤੇ ਔਰਛਾ ਜਿਹੜਾ ਇਹਨਾਂ ਦਾ ਫੈਸਟੀਵਲ ਹੈ ਉਹ ਵੀ ਇੱਥੇ ਮਨਾਇਆ ਜਾਂਦਾ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਆਈ ਹੋਪ ਕਿ ਤੁਸੀਂ ਸਮਝ ਆ ਗਿਆ ਹੋਵੇਗਾ ਤੁਹਾਨੂੰ ਸਾਰਾ। ਅਤੇ ਗੁਲਾਬੋ ਇਹਦਾ ਰਾਈਟ ਆਨਸਰ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ 'ਤੇ ਆਉਣੇ ਆ ਕਿ ਹੂ ਹੈਜ਼ ਬੀਨ ਹੈਡਡ ਆਫ ਦਾ ਕਮੇਟੀ ਆਫ ਕੌਂਸਟੀਟਿਊਟ ਦੀ ਸੁਪਰੀਮ ਕੋਰਟ ਆਫ ਇੰਡੀਆ ਟੂ ਪ੍ਰੋਬ ਆਫ ਦਾ ਸਿਕਿਉਰਿਟੀ ਬ੍ਰੀਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਨ ਪੰਜਾਬ। ਤੁਹਾਨੂੰ ਪਤਾ ਹੋਵੇਗਾ ਕਿ ਪ੍ਰਾਈਮ ਮਿਨਿਸਟਰ ਮੋਦੀ ਦੀ ਜਿਹੜੀ ਰੈਲੀ ਸੀ ਉਹ ਬਠਿੰਡਾ ਦੇ ਵਿੱਚ ਕੁਝ ਸਿਕਿਉਰਿਟੀ ਕਾਰਨਾਂ ਦੇ ਕਾਰਨ ਕੀ ਹੋ ਗਿਆ ਸੀ, ਰੱਦ ਹੋ ਗਈ ਸੀ, ਜਿਸ ਕਰਕੇ ਹੁਣ ਤੱਕ ਇਹਦੇ ਉੱਪਰ 3 ਕਮੇਟੀਆਂ ਬਣ ਚੁੱਕੀਆਂ ਨੇ। ਇਹ ਤੀਸਰੀ ਕਮੇਟੀ ਬਣੀ ਹੈ ਸੁਪਰੀਮ ਕੋਰਟ ਦੇ ਵੱਲੋਂ। ਇਹ 5 ਮੈਂਬਰ ਕਮੇਟੀ ਬਣਾਈ ਗਈ ਹੈ ਕਿਹਦੀ ਅਧਿਕਸ਼ਤਾ ਦੇ ਵਿੱਚ, ਜਸਟਿਸ ਇੰਦੂ ਮਲਹੋਤਰਾ ਦੇ ਅੰਡਰ। ਇਹਦੇ ਵਿੱਚ DIG ਪੰਜਾਬ ਹੋਣਗੇ, NIA ਦੇ ਹੈੱਡ ਹੋਣਗੇ, ਠੀਕ ਹੈ ਜੀ। ਸੁਪਰੀਮ ਕੋਰਟ ਸਾਡੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਹੋਣਗੇ, ਠੀਕ ਹੈ ਜੀ। ਇੱਦਾਂ ਕਰਕੇ 2-3 ਆਫਿਸਰਸ ਨੇ, 5 ਮੈਂਬਰ ਹੈਗੇ ਨੇ, ਇਹਨਾਂ ਦੀ ਅਧਿਕਸ਼ਤਾ ਕਰਨੀ ਹੈ ਇੰਦੂ ਮਲਹੋਤਰਾ, ਠੀਕ ਹੈ ਜੀ। ਇਹ ਪਹਿਲੀ ਵੂਮੈਨ ਸੀ ਜਿਨ੍ਹਾਂ ਨੂੰ ਸਿੱਧੇ ਐਜ਼ ਏ ਐਡਵੋਕੇਟ ਤੋਂ ਜੱਜ ਬਣਾਇਆ ਗਿਆ ਸੀਗਾ ਸੁਪਰੀਮ ਕੋਰਟ ਦੇ ਵਿੱਚ, ਇੰਦੂ ਮਲਹੋਤਰਾ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਕੁਐਸਚਨ ਪੇਪਰ 'ਚ ਆ ਵੀ ਆ ਸਕਦਾ ਹੈ ਕਿ ਹੋਮ ਮਿਨਿਸਟਰੀ ਵੱਲੋਂ ਅਮਿਤ ਸ਼ਾਹ ਦੀ ਮਿਨਿਸਟਰੀ ਦੇ ਵੱਲੋਂ ਹੁਣ ਨਵਾਂ ਜਿਹੜਾ ਸੁਧੀਰ ਕੁਮਾਰ ਸਕਸੇਨਾ ਦੀ ਅਧਿਕਸ਼ਤਾ ਦੇ ਵਿੱਚ ਇੱਕ 3 ਮੈਂਬਰ ਕਮੇਟੀ ਬਣਾਈ ਗਈ ਸੀ ਸਿਕਿਉਰਿਟੀ ਵਾਸਤੇ, ਠੀਕ ਹੈ ਜੀ, ਸਿਕਿਉਰਿਟੀ ਚੈੱਕ ਕਰਨ ਵਾਸਤੇ ਕਿ ਕੀ ਰੀਜ਼ਨ ਬਣੇ ਸੀਗੇ। ਉਸ ਤੋਂ ਬਾਅਦ ਇੱਕ ਕਮੇਟੀ ਪੰਜਾਬ ਗੌਰਮੈਂਟ ਨੇ ਵੀ ਐਕਸ਼ਨ ਲੈਂਦੇ ਹੋਏ ਬਣਾਈ ਸੀ, ਅਤੇ ਇਹ ਪ੍ਰਧਾਨ ਮੰਤਰੀ ਦੀ ਰੈਲੀ ਜੋ ਉਸ ਟਾਈਮ 'ਤੇ ਸਿਕਿਉਰਿਟੀ ਵਾਸਤੇ ਉਹ ਸੀ ਜਸਟਿਸ ਮਹਿਤਾਬ ਸਿੰਘ ਗਿੱਲ ਦੇ ਅੰਡਰ ਇਹ ਕਮੇਟੀ ਬਣਾਈ ਸੀ, ਇਹ ਵੀ ਤੁਸੀਂ ਯਾਦ ਰੱਖੋਗੇ। ਉਸ ਤੋਂ ਬਾਅਦ ਨੈਕਸਟ ਕੁਐਸਚਨ 'ਤੇ ਆ ਜਾਓ। ਵਰਲਡ ਬੈਂਕ ਨੇ ਪ੍ਰੋਜੈਕਟ ਕੀਤੀ ਹੈ ਇੱਕ ਰਿਪੋਰਟ, ਉਸ ਰਿਪੋਰਟ ਦੇ ਵਿੱਚ ਇੰਡੀਆ ਦੀ GDP ਦੇ ਬਾਰੇ ਦੱਸਿਆ ਗਿਆ ਕਿ ਉਹ 2022 ਦੇ ਵਿੱਚ ਕਿੰਨੀ ਰਹੇਗੀ। ਤਾਂ ਇਹ ਵਰਲਡ ਬੈਂਕ ਜਿਹਦਾ ਹੈੱਡਕੁਆਟਰ ਵਾਸ਼ਿੰਗਟਨ DC ਦੇ ਵਿੱਚ ਹੈ, ਠੀਕ ਹੈ ਜੀ। ਅਤੇ ਇਹ 2 ਸੰਸਥਾਵਾਂ ਨੇ, ਇੱਕ ਤਾਂ IMF ਦੀ ਰੇਟਿੰਗ ਯਾਦ ਰੱਖੋ, ਇੱਕ ਵਰਲਡ ਬੈਂਕ ਦੀ। ਇਹ ਦੋਨੇ ਸੰਸਥਾਵਾਂ ਬਣੀਆਂ ਸੀ 1945 ਦੇ ਵਿੱਚ। ਬ੍ਰੈਟਨ ਵੁੱਡ ਥਾਂ ਹੈਗੀ ਹੈ ਜੀ ਅਮਰੀਕਾ ਦੇ ਵਿੱਚ, ਬ੍ਰੈਟਨ ਵੁੱਡ ਕਾਨਫਰੰਸ ਹੋਈ ਸੀ, ਉੱਥੇ ਬਣੀ ਸੀ ਇਹ ਸੰਸਥਾਵਾਂ, ਠੀਕ ਹੈ ਜੀ। ਇਹ ਵਰਲਡ ਬੈਂਕ ਦੀ ਇੱਕ ਰਿਪੋਰਟ ਹੈ, ਉਹਨੂੰ ਆਪਾਂ ਕਹਿੰਦੇ ਗਲੋਬਲ ਇਕੋਨਮਿਕ ਇਹ ਜਿਹੜੇ ਇਹਨਾਂ ਦੀ ਪ੍ਰੋਸਪੈਕਟ ਇੱਕ ਰਿਪੋਰਟ ਹੈ ਜਿਹਦੇ ਵਿੱਚ GDP ਦੇ ਬਾਰੇ ਦੱਸਦੇ ਨੇ। ਇਹ GDP ਗ੍ਰੋਸ ਡੋਮੈਸਟਿਕ ਪ੍ਰੋਡਕਟ, ਠੀਕ ਹੈ ਜੀ। ਤਾਂ ਇਹ ਜਿਹੜੀ GDP ਦੱਸੀ ਗਈ ਹੈ ਇਹਦਾ ਰਾਈਟ ਆਨਸਰ ਹੈ 8.3%। ਇਹ 2022 ਦੀ ਦੱਸੀ ਹੈ। 2023 ਦੇ ਵਾਸਤੇ ਇਹ ਰੇਟਿੰਗ ਘੱਟ ਗਈ ਹੈ, ਇਹ 7.5% ਹੀ ਰਹਿ ਜਾਣੀ ਹੈ। IMF ਨੇ ਕਿੰਨੀ ਦੱਸੀ ਹੈ? IMF ਨੇ ਦੱਸੀ ਹੈ ਜੀ 9.3%, ਠੀਕ ਹੈ ਜੀ। ਇੱਕ ਹੋਰ ਯਾਦ ਰੱਖ ਲਓ, ਮੂਡੀ ਇੱਕ ਬਹੁਤ ਵੱਡੀ ਸੰਸਥਾ ਹੈ, ਉਹਦੇ ਵੱਲੋਂ ਵੀ ਪ੍ਰੋਜੈਕਸ਼ਨਸ ਲਾਈ ਜਾਂਦੀਆਂ ਨੇ। ਤਾਂ ਉਹਨਾਂ ਨੇ ਸਾਡੀ ਜਿਹੜੀ ਪ੍ਰੋਜੈਕਸ਼ਨ ਦੱਸੀ ਹੈ ਉਹ ਦੱਸੀ ਹੈ 9.3%, ਠੀਕ ਹੈ ਜੀ। ਅਤੇ ਇੱਕ ADB ਬੈਂਕ ਹੈ, ਏਸ਼ੀਅਨ ਡਿਵੈਲਪਮੈਂਟ ਬੈਂਕ ਹੈ, ਉਸ ਦੇ ਵੱਲੋਂ ਜਿਹੜੀ ਪ੍ਰੋਜੈਕਸ਼ਨ ਕੀਤੀ ਗਈ ਹੈ 9.7%, ਠੀਕ ਹੈ ਜੀ। ਇਹ ਤੁਸੀਂ ਸਾਰੇ ਯਾਦ ਕਰ ਲਓ। ਇੱਕ ਮੈਂ ਇਸ ਤੋਂ ਪਹਿਲਾਂ ਕੁਐਸਚਨ ਤੁਹਾਨੂੰ ਕਰਾ ਕੇ ਆਇਆ ਸੀ ਫਿਚ ਰੇਟਿੰਗ ਦੀ ਸੰਸਥਾ ਸੀ ਇੰਡੀਆ ਰੇਟਿੰਗਸ, ਉਹ ਕੰਪਨੀ ਖਰੀਦ ਲਈ ਸੀ ਫਿਚ ਰੇਟਿੰਗ ਨੇ। ਇਹਨਾਂ ਨੇ ਪ੍ਰੋਜੈਕਸ਼ਨ ਲਾਈ ਹੈ 8.4%। ਹੁਣ ਤੁਸੀਂ ਇਹ ਤਾਂ ਯਾਦ ਰੱਖ ਲਿਆ,
ਪਰ ਵਰਲਡ ਦੀ ਇਕਨੋਮਿਕ ਗਰੋਥ ਦਾ ਕੀ ਹਿਸਾਬ ਕਿਤਾਬ ਹੈ? ਵਰਲਡ ਦੀ ਜੋ ਇਕਨੋਮਿਕ ਗਰੋਥ ਸੀ ਪਹਿਲਾਂ ਰਹੀ ਸੀ 8.5%, ਸੌਰੀ 5.5%, ਪਰ ਹੁਣ ਇਹ ਅਗਲੇ 2022 ਦੇ ਵਿੱਚ ਘੱਟ ਕੇ ਕੀ ਹੋ ਜੂਗੀ 4.1%। ਇਹ ਵਰਲਡ ਦੀ ਗਲੋਬਲ ਰਿਪੋਰਟ ਹੈ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਅਤੇ ਉਸ ਤੋਂ ਬਾਅਦ ਆਪਾਂ ਨੈਕਸਟ ਗੱਲ ਕਰਦੇ ਹਾਂ 7ਵੇਂ ਕੁਐਸਚਨ ਦੀ, ਵਿਚ ਇਜ਼ ਮਲਟੀਨੈਸ਼ਨਲ conglomerate company replace the Chinese mobile manufacturing Vivo company IPL sponsor from 2023 ਔਰ 22 ਔਰ 23 ਵਾਸਤੇ ਸੀਜ਼ਨਸ ਵਾਸਤੇ। ਮੇਨ ਕਹਿਣ ਦਾ ਭਾਵ ਹੈ ਕਿ ਜਿਹੜੀ ਟਾਟਾ ਸਮੂਹ ਵੱਲੋਂ, ਇਹਦਾ ਰਾਈਟ ਆਨਸਰ ਟਾਟਾ ਸਮੂਹ ਹੈ। ਟਾਟਾ ਜਿਹੜਾ ਕੰਪਨੀ ਹੈ ਟਾਟਾ ਗਰੁੱਪ ਵੱਲੋਂ ਵੀਵੋ ਨੂੰ ਰਿਪਲੇਸ ਕਰ ਦਿੱਤਾ ਗਿਆ, ਕਿਉਂਕਿ ਵੀਵੋ ਕੀ ਸੀਗਾ ਜੀ, ਪਿਛਲੇ 2 ਸਾਲਾਂ ਤੋਂ ਸਪੋਂਸਰਸ਼ਿਪ ਸੰਭਾਲੀ ਹੋਈ ਸੀ ਇਹਨਾਂ ਨੇ IPL ਦੀ। ਤਾਂ ਹੁਣ IPL ਦੀ ਥਾਂ 'ਤੇ ਵੀਵੋ ਦੀ ਥਾਂ 'ਤੇ ਹੁਣ ਤੁਹਾਨੂੰ ਕੀ ਆਊਗਾ, ਟਾਟਾ ਸਮੂਹ ਲਿਖਿਆ ਆਊਗਾ ਉੱਥੇ। ਤਾਂ ਇਹਨਾਂ ਨੇ 2022 ਅਤੇ 23 ਵਾਸਤੇ ਇਹਨਾਂ ਦੇ ਨਾਲ IPL ਦੇ ਨਾਲ ਹੁਣ ਸਪੋਂਸਰਸ਼ਿਪ ਦਾ MOU ਸਾਈਨ ਕੀਤਾ, ਜਿਹਦੇ ਵਿੱਚ ਇਹ 300 ਕਰੋੜ ਰੁਪਏ ਹਰ ਸਾਲ ਸਪੋਂਸਰਸ਼ਿਪ ਦੇ ਦੇਣਗੇ। ਅਤੇ ਟਾਟਾ ਸਮੂਹ ਦੇ ਹੁਣ ਆਪਣੇ ਚੇਅਰਮੈਨ ਕੌਣ ਨੇ? ਟਾਟਾ ਸਮੂਹ ਦੇ ਹੈਗੇ ਨੇ N ਚੰਦਰਸ਼ੇਖਰਨ ਇਹਨਾਂ ਦੇ ਮੇਨ ਹੈਗੇ ਨੇ ਹੈੱਡ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਚੇਅਰਪਰਸਨ। ਅਤੇ ਉਸ ਤੋਂ ਬਾਅਦ ਆਪਾਂ ਯਾਦ ਰੱਖ ਸਕਦੇ ਹਾਂ ਕਿ 10 ਹੁਣ 8 ਟੀਮਾਂ ਨਾ ਖੇਡ ਕੇ ਹੁਣ 10 ਟੀਮਾਂ ਹੋਣਗੀਆਂ। ਕਿਹੜੀਆਂ? 2 ਟੀਮਾਂ ਨੂੰ ਐਡ ਕੀਤਾ ਗਿਆ, ਇੱਕ ਲਖਨਊ ਸ਼ਹਿਰ, ਇੱਕ ਹੈਗਾ ਅਹਿਮਦਾਬਾਦ। ਲਖਨਊ ਦੀ ਜਿਹੜੀ ਹੈਗੀ ਹੈ ਉਹ ਜਿਹੜੀ ਟੀਮ ਹੈ ਉਹ ਖਰੀਦੀ ਹੈ ਜੀ ਰਾਜੀਵ ਗੋਇੰਕਾ ਦੇ SP ਗਰੁੱਪ ਵੱਲੋਂ, ਠੀਕ ਹੈ। ਅਤੇ ਅਹਿਮਦਾਬਾਦ ਜਿਹੜਾ ਸ਼ਹਿਰ ਦੀ ਜਿਹੜੀ ਟੀਮ ਹੈ ਇਹ ਜਿਹੜੀ ਖਰੀਦੀ ਹੈ CVC ਕੈਪੀਟਲ ਵੱਲੋਂ ਇਸ ਨੂੰ ਖਰੀਦਿਆ ਗਿਆ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ। ਅਲੀ ਖਾਨ ਸਮਾਈਲੋਵ ਇਹ ਕਿਹੜੇ ਪ੍ਰਧਾਨ ਮੰਤਰੀ ਬਣੇ ਨੇ ਦੇਸ਼ ਦੇ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਦੇਸ਼ ਦਾ ਨਾਮ ਪੁੱਛਿਆ ਗਿਆ, ਇਹ ਬਣੇ ਨੇ ਕਜ਼ਾਕਿਸਤਾਨ। ਤੁਹਾਨੂੰ ਪਤਾ ਹੋਵੇਗਾ ਕਜ਼ਾਕਿਸਤਾਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਮਹਿੰਗਾਈ ਦੇ ਚਲਦੇ ਰਿਜ਼ਾਈਨ ਦੇ ਦਿੱਤਾ ਸੀਗਾ, ਕਿਉਂਕਿ ਉੱਥੇ ਦੀ ਜਨਤਾ ਨੇ ਕੀ ਕੀਤਾ ਜੀ, ਜਿਹੜੀ ਜਨਤਾ ਸੀ ਉਹਨਾਂ ਨੇ ਸਟ੍ਰਾਈਕ ਕਰ ਦਿੱਤੀਆਂ ਸੀ, ਮਹਿੰਗਾਈ ਇਹਨਾਂ ਤੋਂ ਆਊਟ ਆਫ ਕੰਟਰੋਲ ਹੋ ਗਈ ਸੀ ਇਸ ਗੌਰਮੈਂਟ ਤੋਂ। ਉੱਥੇ ਦੇ ਪ੍ਰਧਾਨ ਮੰਤਰੀ ਨੇ ਰਿਜ਼ਾਈਨ ਦਿੱਤਾ ਸੀ, ਜਿਸ ਕਰਕੇ ਹੁਣ ਕਾਫੀ ਦਿਨਾਂ ਤੋਂ ਕਈ ਦੇਸ਼ਾਂ ਨੇ ਇਸ ਨੂੰ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਆਪਣੀ ਫੋਰਸਿਸ ਨੂੰ ਡਿਪਲੋਏ ਕੀਤਾ ਸੀਗਾ। ਇਸ ਕਜ਼ਾਕਿਸਤਾਨ ਕੰਟਰੀ ਦੇ ਵਿੱਚ ਹਾਲਾਤ ਖਰਾਬ ਹੋ ਰਹੇ ਸੀਗੇ। ਹੁਣ ਨਵਾਂ ਪ੍ਰਧਾਨ ਮੰਤਰੀ ਇਹਨਾਂ ਦੀ ਪਾਰਲੀਮੈਂਟ ਦੇ ਵੱਲੋਂ ਚੁਣ ਲਿਆ ਗਿਆ, ਤਾਂ ਉਹ ਪ੍ਰਧਾਨ ਮੰਤਰੀ ਦਾ ਨਾਮ ਹੈ ਅਲੀ ਖਾਨ ਸਮਾਈਲੋਵ, ਠੀਕ ਹੈ ਜੀ, ਇਹ ਤੁਹਾਨੂੰ ਇਸ ਤਰ੍ਹਾਂ ਦਾ ਵੀ ਕੁਐਸਚਨ ਆ ਸਕਦਾ ਹੈ। ਹੁਣ ਇਹਨਾਂ ਦੇ ਪ੍ਰੈਜ਼ੀਡੈਂਟ ਵੀ ਤੁਸੀਂ ਨੋਟ ਕਰ ਲਓ, ਪ੍ਰੈਜ਼ੀਡੈਂਟ ਕੌਣ ਨੇ? ਪ੍ਰੈਜ਼ੀਡੈਂਟ ਇਹਨਾਂ ਦੇ ਹੈਗੇ ਨੇ ਕਸਾਇਨ ਜੋਮਾਰਟ ਜਿਹੜੇ ਇਹਨਾਂ ਦੇ ਪ੍ਰੈਜ਼ੀਡੈਂਟ ਬਣੇ ਨੇ। ਹੁਣ ਇਹਨਾਂ ਦੀ ਜਿਹੜੀ ਮੇਨ ਕੈਪੀਟਲ ਕਿਹੜੀ ਹੈ? ਪੇਪਰ 'ਚ ਕੈਪੀਟਲ ਵੀ ਆ ਸਕਦੀ ਕਿ ਹੁਣ ਇੱਕ ਸਿਟੀ ਨੂਰ ਸੁਲਤਾਨ ਨਿਊਜ਼ ਦੇ ਵਿੱਚ ਹੈਗੀ ਸੀ, ਉਹ ਕਿਸ ਦੀ ਕੈਪੀਟਲ ਹੈ? ਤਾਂ ਉਹ ਕਜ਼ਾਕਿਸਤਾਨ ਦੀ ਕੈਪੀਟਲ ਨੂਰ ਸੁਲਤਾਨ, ਠੀਕ ਹੈ, ਨੂਰ ਸੁਲਤਾਨ ਕੈਪੀਟਲ ਹੈ। ਇਹਨਾਂ ਦੀ ਕਰੰਸੀ ਹੈਗੀ ਹੈ ਟੈਂਜੇ ਕਰੰਸੀ ਹੈ, ਕਜ਼ਾਕਿਸਤਾਨ ਟੈਂਜੇ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਨੈਕਸਟ ਕੁਐਸਚਨ 'ਤੇ ਆ ਜਾਓ। ਚੰਦਰਸ਼ੇਖਰ ਪਾਟਿਲ ਨਾਮ ਦੇ ਜਿਹੜੇ ਇੱਕ ਰਾਈਟਰ ਨੇ, ਉਹਨਾਂ ਨੂੰ ਕਿਹਾ ਜਾਂਦਾ ਸੀ ਚੰਪਾ, ਜਿਹਦੇ ਨਾਮ ਤੋਂ ਫੇਮਸ ਸੀਗੇ। ਉਹ ਕਿਹੜੀ ਭਾਸ਼ਾ ਦੇ ਰਾਈਟਰ ਸੀ? ਇਹਨਾਂ ਦੇ ਬਾਰੇ ਪੁੱਛਿਆ ਗਿਆ, ਮੇਨ ਤੁਹਾਨੂੰ ਇਹ ਪੁੱਛਿਆ ਗਿਆ। ਤਾਂ ਇਹ ਜਿਹੜੇ ਹੈਗੇ ਸੀਗੇ ਕੰਨੜ ਭਾਸ਼ਾ ਦੇ, ਕੰਨੜ ਲੈਂਗੁਏਜ ਜਿਹੜੀ ਕਿ ਕਰਨਾਟਕ ਦੇ ਵਿੱਚ ਬੋਲੀ ਜਾਂਦੀ ਹੈ, ਉਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਅਤੇ ਇਹਨਾਂ ਦੇ ਜਿਹੜੇ ਇਹਨਾਂ ਨੂੰ ਚੰਪਾ ਕਿਹਾ ਜਾਂਦਾ ਸੀਗਾ। ਕੁਝ ਕਰਨਾਟਕ ਦੇ ਜਿਹੜੇ ਜਾਂ ਕਹਿ ਦਈਏ ਕੰਨੜ ਭਾਸ਼ਾ ਦੇ ਲੇਖਕ ਆਪਾਂ ਯਾਦ ਰੱਖ ਲਾਂਗੇ, ਤਾਂ ਇਹ ਹੈਗੇ ਨੇ, ਪਹਿਲੇ ਲੇਖਕ ਹੈਗੇ ਨੇ ਸਾਰਾ ਅਬੂ ਬਕਰ ਇਹਨਾਂ ਦਾ ਨਾਮ ਹੈ। ਇੱਕ ਇਹਨਾਂ ਦਾ ਨਾਮ ਯਾਦ ਰੱਖ ਲਓ, ਇੱਕ ਨਾਮ ਯਾਦ ਰੱਖ ਲਓ PV ਆਚਾਰਿਆ, ਠੀਕ ਹੈ, ਇਹਨਾਂ ਦਾ ਨਾਮ ਯਾਦ ਰੱਖ ਲਓ। ਅਰਵਿੰਦ ਅਡਿੰਗਾ ਇਹਨਾਂ ਦਾ ਨਾਮ ਯਾਦ ਰੱਖ ਲਓ। ਇਹ ਸਾਰੇ ਕੀ ਨੇ? ਕੰਨੜ ਲੇਖਕ ਨੇ, ਠੀਕ ਹੈ, ਇਹ ਤੁਸੀਂ ਯਾਦ ਰੱਖ ਲਓ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਰੀਸੈਂਟਲੀ ਇੱਕ ਬੁੱਕ ਲਾਂਚ ਹੋਈ ਹੈ, ਇਹ ਆਤਮ ਜੀਵਨੀ ਆਟੋਬਾਇਓਗ੍ਰਾਫੀ ਹੈ ਕਿਸ ਦੀ? ਤਾਂ ਇਹ ਬੁੱਕ ਦਾ ਨਾਮ ਹੈ ਇਨਡੋਮਿਟੇਬਲ, ਇਹ ਵਰਕਿੰਗ ਵੂਮਨ ਆਫ ਦਾ ਨੋਟਸ ਔਨ ਲਾਈਫ ਵਰਕ ਐਂਡ ਲੀਡਰਸ਼ਿਪ। ਇਹ ਬੁੱਕ ਜਿਹੜੀ ਲਿਖੀ ਗਈ ਹੈ, ਇਹ ਬੁੱਕ ਲਿਖੀ ਗਈ ਹੈ ਅਰੁੰਧਤੀ ਭੱਟਾਚਾਰਿਆ। ਇਹ ਕੌਣ ਨੇ? ਇਹ ਸਾਡੇ ਇੰਡੀਆ ਦੀ ਫਾਰਮਰ ਚੇਅਰਪਰਸਨ ਆਫ ਫਸਟ SBI ਬੈਂਕ ਦੀ ਬਣੀ ਸੀ, SBI ਬੈਂਕ ਦੀ ਚੇਅਰਮੈਨ ਬਣੀ ਸੀ, ਫਸਟ ਲੇਡੀ ਸੀ ਇਹ ਅਰੁੰਧਤੀ ਭੱਟਾਚਾਰਿਆ। ਹੁਣ ਇਹ ਕੀ ਨੇ? ਹੁਣ ਇਹ CEO ਨੇ, ਕਿੱਥੇ? ਸੇਲਸ ਫੋਰਸ ਸੌਫਟਵੇਅਰ ਕਲਾਉਡਿੰਗ ਕੰਪਨੀ ਹੈ, ਕਿੱਥੇ? ਕੈਲੀਫੋਰਨੀਆ ਦੇ ਵਿੱਚ USA ਦੇ ਵਿੱਚ। ਉੱਥੇ ਇਹਨਾਂ ਨੂੰ ਐਜ਼ CEO ਨਿਯੁਕਤ ਕੀਤਾ ਹੋਇਆ ਅਤੇ ਉੱਥੇ ਵਰਕ ਕਰਦੇ ਪਏ ਨੇ। ਇਹਨਾਂ ਨੇ ਆਪਣੀ ਆਤਮ ਜੀਵਨੀ ਲਿਖੀ ਹੈ। ਇਸੇ ਤਰ੍ਹਾਂ ਹੀ ਇਹਨਾਂ ਦੀ ਇੱਕ ਬੁੱਕ ਹੋਰ ਸੀਗੀ ਦਾ ਗੋਡਸ ਆਫ ਮੈਨ ਬੁੱਕਰ ਵਾਸਤੇ ਇਹਨਾਂ ਨੂੰ ਪ੍ਰਾਈਜ਼ ਮਿਲਿਆ ਸੀਗਾ, ਗੋਡਸ ਆਫ ਸਮਾਲ ਥਿੰਗਸ,
ਠੀਕ ਹੈ। ਉਹ ਬੁੱਕ ਵੀ ਇਹਨਾਂ ਦੀ ਲਿਖੀ ਹੋਈ ਹੈ, ਬਹੁਤ ਫੇਮਸ ਬੁੱਕ ਹੈ, ਇਹ ਪੇਪਰ 'ਚ ਆ ਜਾਂਦੀ ਹੈ। ਜਿਸ ਤਰ੍ਹਾਂ ਇੱਕ ਬੁੱਕ ਹੈਗੀ ਹੈ ਦਾਸ ਕੈਪੀਟਲ ਕਾਰਲ ਮਾਰਕਸ ਦੀ ਬੁੱਕ ਹੈਗੀ ਹੈ, ਪੇਪਰ 'ਚ ਆ ਸਕਦੀ ਹੈ ਤੁਹਾਨੂੰ, ਇਹ ਤੁਸੀਂ ਯਾਦ ਰੱਖਣਾ ਹੈ। ਇੱਕ ਬੁੱਕ ਹੈਗੀ ਹੈ ਇਗਨਾਈਟਿਡ ਮਾਈਂਡਿਡ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣੀ ਹੈ। ਇਹ ਆਪਣੇ APJ ਅਬਦੁਲ ਕਲਾਮ ਫਾਰਮਰ ਪ੍ਰਾਈਮ ਮਿਨਿਸਟਰ ਜਿਹੜੇ ਪ੍ਰੈਜ਼ੀਡੈਂਟ ਸੀਗੇ ਇੰਡੀਆ ਦੇ, APJ ਅਬਦੁਲ ਕਲਾਮ ਜੀ ਦੀ ਬੁੱਕ ਹੈ। ਇਹਨਾਂ ਦੇ ਨਾਮ ਤੇ ਇੱਕ ਵੀਲਰ ਆਈਲੈਂਡ ਹੈ ਜਿਨ੍ਹਾਂ ਦਾ ਨਾਮ APJ ਅਬਦੁਲ ਕਲਾਮ ਆਈਲੈਂਡ ਰੱਖਿਆ ਗਿਆ, ਠੀਕ ਹੈ ਜੀ, ਉੜੀਸਾ ਦੇ ਨੇੜੇ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਇੱਕ ਕਨਫਿਊਜ਼ਨ ਤੁਹਾਨੂੰ ਇਸ ਤੋਂ ਹੋ ਸਕਦੀ ਕਿ ਅਰੁੰਧਤੀ ਇੱਕ ਭੱਟਾਚਾਰਿਆ, ਇੱਕ ਅਰੁੰਧਤੀ ਰੋਏ ਹੈ। ਤਾਂ ਰੋਏ ਦੀ ਹੁਣ ਨਵੀਂ ਬੁੱਕ ਆਈ ਹੈ, ਉਹਨਾਂ ਦੀ ਇੱਕ ਬੁੱਕ ਲਿਖੀ ਹੈ ਦ ਹੈਂਗਿੰਗ ਆਫ ਅਫਜ਼ਲ ਗੁਰੂ ਦਾ ਨਾਮ ਤੁਸੀਂ ਸੁਣਿਆ ਹੋਊਗਾ, ਅਫਜ਼ਲ ਗੁਰੂ। ਇਹ ਬੁੱਕ ਉਹਨਾਂ ਦੀ ਅਰੁੰਧਤੀ ਰੋਏ ਦੇ ਦੁਆਰਾ ਲਿਖੀ ਗਈ ਹੈ। ਇਹ ਬੁੱਕ ਦਾ ਨਾਮ ਯਾਦ ਰੱਖ ਲਓ। ਇੱਕ ਬੁੱਕ ਹੋਰ ਹੈ, ਉਹਦਾ ਨਾਮ ਹੈ ਕ੍ਰੈਸੈਂਟ ਆਫ ਮੂਨ, ਦ ਸ਼ੈਡੋ ਆਫ ਕ੍ਰੈਸੈਂਟ ਮੂਨ। ਇਹ ਬੁੱਕ ਲਿਖੀ ਹੈ ਫਾਤਿਮਾ ਭੁੱਟੋ ਦੁਆਰਾ ਇਹ ਬੁੱਕ ਲਿਖੀ ਗਈ ਹੈ। ਇਹ ਵੀ ਤੁਸੀਂ ਯਾਦ ਰੱਖ ਲਓ। ਆਈ ਹੋਪ ਕਿ ਤੁਹਾਨੂੰ ਅੱਜ ਦੇ 10 ਕੁਐਸਚਨ ਕਲੀਅਰ ਹੋ ਗਏ ਹੋਣਗੇ। ਤਾਂ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੀ? ਮੈंने ਦੋਨੇ ਲੈਂਗੁਏਜ ਦੇ ਵਿੱਚ ਵੀਡੀਓ ਬਣਾਈ ਹੈ, ਹਿੰਦੀ ਦੇ ਵਿੱਚ ਵੀ ਅਤੇ ਪੰਜਾਬੀ ਦੇ ਵਿੱਚ ਵੀ। ਜਿੱਦਾਂ ਤੁਹਾਨੂੰ ਪ੍ਰੈਫਰ ਲੱਗੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰ ਦਿਆ ਜੇ। ਹਿੰਦੀ ਵਾਲੀ ਇਹਨਾਂ ਦੀ PDF ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ, CBC ਵਾਲੇ, ਠੀਕ ਹੈ। ਉੱਥੋਂ ਜਾ ਕੇ ਤੁਸੀਂ ਲੈ ਸਕਦੇ ਹੋ। ਥੈਂਕ ਯੂ ਫॉर ਵਾਚਿੰਗ। ਮਿਲਦੇ ਹਾਂ ਜੀ ਕੱਲ੍ਹ ਦੀ ਵੀਡੀਓ ਦੇ ਵਿੱਚ। ਧੰਨਵਾਦ।